एक पासे न्यूयॉर्क टाइम्स अखबार ਦੇ ਵਿੱਚ ਦਿੱਲੀ ਦੇ ਐਜੂਕੇਸ਼ਨ ਮਾਡਲ ਦਾ ਜ਼ਿਕਰ ਹੁੰਦਾ ਹੈ ਤਾਂ ਦੂਜੇ ਪਾਸੇ ਉਸੇ ਐਜੂਕੇਸ਼ਨ ਮਿਨਿਸਟਰ ਦੇ ਘਰ ਰੇਡ ਪੈਂਦੀ ਹੈ ਸੀਬੀਆਈ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਔਰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਦੋਵਾਂ ਖਬਰਾਂ ਨੂੰ ਦੇਖਿਆ ਜਾ ਰਿਹਾ ਹੈ। ਮੇਰੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਸਾਹਿਬ ਬਹੁਤ ਸਵਾਗਤ। ਧੰਨਵਾਦ ਜੀ। ਬੈਂਸ ਸਾਹਿਬ ਕਿਵੇਂ ਦੇਖਿਆ ਜਾ ਰਿਹਾ ਇੱਕ ਪਾਸੇ ਨਿਊਯਾਰਕ ਅਖਬਾਰ ਦੇ ਵਿੱਚ ਖਬਰ ਲੱਗ ਰਹੀ ਹੈ ਸਿੱਖਿਆ ਦੇ ਮਾਡਲ ਨੂੰ ਲੈ ਕੇ ਦੂਜੇ ਪਾਸੇ ਮਨੀਸ਼ ਸਿਸੋਦੀਆ ਨੂੰ ਘੇਰਿਆ ਜਾ ਰਿਹਾ ਕਹਿ ਰਹੇ ਕਿ ਫਾਇਦਾ ਪਹੁੰਚਾਇਆ ਗਿਆ ਜਿਹੜਾ 12% ਜਿਹੜੀ ਹੈ ਐਕਸਾਈਜ਼ ਪਾਲਿਸੀ ਦੇ ਵਿੱਚ ਫਾਇਦਾ ਜਿਹੜਾ ਸਿੱਧੇ ਤੌਰ ਤੇ ਪਹੁੰਚਾਇਆ ਗਿਆ। ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਜਿਸ ਨੂੰ ਆਪਾਂ ਇੱਕ ਨੰਬਰ ਮੁਲਕ ਵੀ ਕਹਿੰਦੇ ਆ ਉਸ ਮੁਲਕ ਦੀ ਨੰਬਰ 1 ਅਖਬਾਰ ਨਿਊਯਾਰਕ ਟਾਈਮਸ ਕੋਈ ਉਹ ਅਰੀਗਰੀ ਅਖਬਾਰ ਨਹੀਂ ਜੀ ਉਸ ਅਖਬਾਰ ਦੇ ਵਿੱਚ ਕਦੀ ਦਹਾਕਿਆਂ ਬਾਅਦ ਕੋਈ ਪੋਜ਼ਿਟਿਵ ਸਟੋਰੀ ਸਾਡੇ ਮੁਲਕ ਦੀ ਲੱਗਦੀ ਹੋਊਗੀ। ਪਿਛਲੇ ਕਈ ਸਾਲਾਂ ਤੋਂ ਜੇ ਅਗਰ ਕਦੀ ਕੋਈ ਖਬਰ ਲੱਗੀ ਹੈ ਤਾਂ ਨੈਗੇਟਿਵ ਹੀ ਲੱਗੀ ਹੈ। ਦਿਸ ਵਾਸ ਦ ਫਰਸਟ ਟਾਈਮ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੀ ਸਭ ਤੋਂ ਤਾਕਤਵਰ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਦਿਖਾਇਆ ਗਿਆ। ਇੱਕ ਤਰੀਕੇ ਨਾਲ ਸਰਟੀਫਿਕੇਟ ਹੈ ਕਿ ਦਿੱਲੀ ਦੇ ਸਿੱਖਿਆ ਮੰਤਰੀ ਮਾਨਯ ਮਨੀਸ਼ ਸਿਸੋਦੀਆ ਜੀ ਪੂਰੀ ਦੁਨੀਆ ਦੇ ਵਿੱਚ ਵਰਲਡਸ ਮੋਸਟ ਪਾਵਰਫੁਲ ਕੰਟਰੀ ਇਜ਼ ਡੂਇੰਗ ਦਿਸ ਤੇ ਉਹ ਸਭ ਤੋਂ ਕਾਮਯਾਬ ਸਿੱਖਿਆ ਮੰਤਰੀ ਨੇ ਤੇ ਜਿਸ ਦਿਨ ਉਹ ਅਖਬਾਰ ਆਂਦੀ ਹੈ ਉਸ ਤੋਂ ਅਗਲੀ ਸਵੇਰ ਉਹਨਾਂ ਦੇ ਘਰ ਤੇ ਰੇਡ ਵੱਜ ਜਾਂਦੀ ਹੈ। ਇਸ ਦਾ ਮਤਲਬ ਸਾਫ਼ ਹੈ। ਤੇ ਦੂਜੇ ਪਾਸੇ ਹੀ ਬਿਹਾਰ ਦੇ ਨਵਨਿਯੁਕਤ ਸਿੱਖਿਆ ਮੰਤਰੀ ਕਹਿੰਦੇ ਆ ਕਿ ਅਗਰ ਬਿਹਾਰ ਦੀ ਸਿੱਖਿਆ ਨੂੰ ਠੀਕ ਕਰਨਾ ਤਾਂ ਸਾਨੂੰ ਦਿੱਲੀ ਤੋਂ ਸਿੱਖਣਾ ਪੈਣਾ। ਜਦੋਂ ਫਾਰਮਰ ਯੂਐਸ ਪ੍ਰੈਜ਼ੀਡੈਂਟ ਦੇ ਵਾਈਫ ਆਂਦੇ ਆ ਮਨੀਲਾ ਟਰੰਪ ਉਹ ਆ ਕੇ ਵਿਜ਼ਿਟ ਕਰਦੇ ਆ ਯੂਐਨ ਸੈਕਟਰੀ ਆ ਕੇ ਵਿਜ਼ਿਟ ਕਰਦੇ ਆ ਦਿੱਲੀ ਦੇ ਸਕੂਲ ਮਾਡਲ ਦੇ ਉੱਤੇ ਤੇ ਪੰਜਾਬ ਦੇ ਵਿੱਚ ਵੀ ਜੋ ਨਤੀਜੇ ਆ ਉਹ ਦਿੱਲੀ ਦੇ ਸਿੱਖਿਆ ਤੇ ਸਿਹਤ ਦੇ ਉੱਤੇ ਹੀ ਆਏ ਆ। ਲੋਕਾਂ ਨੇ ਦੇਖਿਆ ਕਿ 8 ਸਾਲ ਚ ਉੱਥੇ ਬੇਮਿਸਾਲ ਕੰਮ ਹੈ ਤਾਂ ਹੀ ਪੰਜਾਬ ਦੇ 92 ਸੀਟਾਂ ਆਈਆਂ। ਉਸ ਮਾਡਲ ਦੇ ਉੱਤੇ ਉਸ ਮਾਡਲ ਦਾ ਮੇਨ ਰਚਨਾ ਕਰਤਾ ਮਨੀਸ਼ ਸਿਸੋਦੀਆ ਦੇ ਘਰੇ ਅੱਜ ਰੇਡ ਮਾਰਨਾ ਇਹ ਸਾਫ਼ ਦੱਸਦਾ ਕਿ ਬੀਜੇਪੀ ਚਾਹੁੰਦੀ ਹੈ ਕਿ ਦੇਸ਼ ਦੇ ਸਕੂਲ ਠੀਕ ਨਾ ਹੋਣ ਸਾਡੇ ਦੇਸ਼ ਦੇ ਸਕੂਲ ਸਰਕਾਰੀ ਸਕੂਲ ਤੇ ਸਾਡੇ ਦੇਸ਼ ਦੇ ਸਰਕਾਰੀ ਹਸਪੀਟਲ ਠੀਕ ਨਾ ਹੋਣ ਕਿਉਂਕਿ ਏਜੰਡਾ ਸੈੱਟ ਕਰ ਦਿੱਤਾ ਸੀਗਾ। ਅਰਵਿੰਦ ਕੇਜਰੀਵਾਲ ਜੀ ਨੇ 3 ਦਿਨ ਪਹਿਲਾਂ ਏਜੰਡਾ ਸੈੱਟ ਕਰ ਦਿੱਤਾ ਸੀਗਾ 75 ਸਾਲ ਆਜ਼ਾਦੀ ਦੇ ਉੱਤੇ ਉਹਨੇ ਕਿਹਾ ਸੀ ਕਿ ਆਓ ਹੁਣ ਆਪਾਂ ਹਿੰਦੁਸਤਾਨ ਨੂੰ ਨੰਬਰ 1 ਬਣਾਈਏ। ਮੈਂ ਤੁਹਾਨੂੰ ਪੁੱਛਦਾ ਜੀ ਮੋਹਾਲੀ ਦੇ ਵਿੱਚ ਕੋਈ ਇੱਕ ਸਰਕਾਰੀ ਸਕੂਲ ਦੱਸ ਦਿਓ ਜੋ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹੋਵੇ। ਇੱਕ ਸਿੰਗਲ 75 ਸਾਲਾਂ 'ਚ ਸਾਨੂੰ ਇਹ ਸਰਕਾਰਾਂ ਸਰਕਾਰੀ ਸਕੂਲ ਨਹੀਂ ਦੇ ਸਕੇ ਜੋ ਵਧੀਆ ਹੋਣ। ਮੋਹਾਲੀ 'ਚ 15 ਅਗਸਤ ਤੋਂ ਪਹਿਲਾਂ ਇੱਕ ਡਿਸਪੈਂਸਰੀ ਦੱਸ ਦਿੰਦੇ ਸਰਕਾਰੀ ਡਿਸਪੈਂਸਰੀ ਹੋਵੇ ਜਿੱਥੇ ਡਾਕਟਰ ਵੀ ਹੈ ਜਿੱਥੇ ਇਲਾਜ ਵੀ ਮਿਲਦਾ ਹੋਵੇ ਜਿੱਥੇ ਟੈਸਟ ਵੀ ਹੁੰਦੇ ਹੋਣ ਜਿੱਥੇ ਦਵਾਈਆਂ ਮਿਲਦੀਆਂ ਨੇ ਇੱਕ ਵੀ ਨਹੀਂ ਸੀਗੀ। ਹੁਣ ਆਮ ਆਦਮੀ ਕਲੀਨਿਕ ਆ ਗਏ ਏਦਾਂ ਹੀ ਹੁਣ ਅਗਲੇ ਸਾਲ ਅਪ੍ਰੈਲ ਤੋਂ ਤੁਹਾਨੂੰ ਮੋਹਾਲੀ ਦੇ ਵਿੱਚ ਇਦਾਂ ਦਾ ਸਕੂਲ ਮਿਲੂਗਾ ਜਿਹੜੇ ਦਾਅਵੇ ਨਾਲ ਮੋਹਾਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੋਊਗਾ ਜਾਂ ਉਸ ਤੋਂ ਬਿਹਤਰੀਨ ਹੋਊਗਾ। ਇਹੀ ਕੰਮ ਅਸੀਂ ਪੂਰੇ ਦੇਸ਼ 'ਚ ਕਰਨਾ ਚਾਹੁੰਦੇ ਹਾਂ। ਅੱਜ ਪੂਰਾ ਦੇਸ਼ ਅਰਵਿੰਦ ਕੇਜਰੀਵਾਲ ਜੀ ਵੱਲ ਇੱਕ ਉਮੀਦ ਵੱਲ ਦੇਖ ਰਿਹਾ। ਹਰ ਸਟੇਟ ਦੇ ਵਿੱਚ ਚਾਹੇ ਉਹ ਗੁਜਰਾਤ ਹੋਵੇ ਹਰਿਆਣਾ ਹੋਵੇ ਹਿਮਾਚਲ ਹੋ ਜੰਮੂ ਹੋ ਨਾਰਥ ਈਸਟ ਹੋਵੇ ਸਾਊਥ ਹੋਵੇ ਉੱਥੇ ਅਰਵਿੰਦ ਕੇਜਰੀਵਾਲ ਸਕੂਲ ਆਫ ਪੋਲਿਟਿਕਸ ਉਹਨਾਂ ਦੇ ਕੰਮਕਾਰ ਦੇ ਤਰੀਕੇ ਦੀ ਚਰਚਾ ਹੋ ਰਹੀ ਹੈ ਕਿਉਂਕਿ ਸਿਹਤ ਤੇ ਸਿੱਖਿਆ ਹਰ ਨਾਗਰਿਕ ਨੂੰ ਚਾਹੀਦੀ ਹੈ। ਦੂਜੀ ਪਾਰਟੀਆਂ ਨੇ ਸਿਰਫ ਮਹਿੰਗਾਈ ਦਿੱਤੀ ਭ੍ਰਿਸ਼ਟਾਚਾਰ ਦਿੱਤਾ। ਉਸ ਸਾਰੇ ਮਾਡਲ ਨੂੰ ਫੇਲ ਕਰਨ ਲਈ ਇਹ ਸ਼ੜਯੰਤਰ ਰਚੇ ਜਾ ਰਹੇ ਨੇ। ਗੱਲ ਐਕਸਾਈਜ਼ ਪਾਲਿਸੀ ਦੀ ਹੋਵੇ ਮੈਨੂੰ ਦੱਸੋ ਪਾਲਿਸੀ ਦੇ ਵਿੱਚ ਕਿਵੇਂ ਫਾਲਟ ਹੋ ਸਕਦਾ ਜਿਹੜੀ ਪਾਲਿਸੀ ਤੁਹਾਨੂੰ ਆਲਮੋਸਟ 30 ਤੋਂ 40% ਰੈਵਨਿਊ ਵੱਧ ਦੇ ਰਹੀ ਹੋਵੇ। ਘਪਲਾ ਤਾਂ ਇਹ ਹੋਊਗਾ ਨਾ ਕਿ ਪਿਛਲੇ ਸਾਲ ਇੰਨਾ ਸੀ ਜੀ ਉਸ ਤੋਂ ਘੱਟ ਆਇਆ। ਇਹ ਘਪਲਾ ਕਿਵੇਂ ਹੋ ਸਕਦਾ ਜਿਹਦੇ 40% ਐਕਸੈਸ ਹੋਵੇ। ਤੇ ਦੂਜੀ ਗੱਲ ਅਗਰ ਤੁਸੀਂ ਐਕਸਾਈਜ਼ ਪਾਲਿਸੀ ਦੀ ਗੱਲ ਕਰਨੀ ਹੈ ਤਾਂ ਗੁਜਰਾਤ ਦੇ ਵਿੱਚ 80 ਤੋਂ ਵੱਧ ਬੰਦੇ ਮਰ ਗਏ ਜੀ ਉੱਥੇ ਕੋਈ ਰੇਡ ਨਹੀਂ ਉੱਥੇ ਕੋਈ ਉਹਨਾਂ ਦਾ ਹਾਲ ਪੁੱਛਣ ਨਹੀਂ ਗਿਆ। ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਫੇਲ ਕਰ ਕਿਉਂਕਿ ਉੱਥੇ ਇਹਨਾਂ ਨੂੰ ਇਹ ਸੀਗਾ ਕਿ ਹੁਣ ਐਕਸਾਈਜ਼ ਪਾਲਿਸੀ ਦੇ ਨਾਲੋਂ ਹੋਰ ਪੈਸਾ ਆਊਗਾ ਇਹ ਹੋਰ ਵਧੀਆ ਸਕੂਲ ਕਰ ਦੇਣਗੇ ਇਹ ਦਿੱਲੀ ਦੇ ਲੋਕਾਂ ਨੂੰ ਹੋਰ ਸਹੂਲਤਾਂ ਦੇਣਗੇ। ਉਸ ਐਕਸਾਈਜ਼ ਪਾਲਿਸੀ ਨੂੰ ਫੇਲ ਕਰ ਦਿੱਤਾ ਗਿਆ। ਲੇਕਿਨ ਇਹ ਐਕਸਾਈਜ਼ ਪਾਲਿਸੀ ਵਾਪਸ ਲੈ ਲਈ ਗਈ। ਮੈਂ ਦੱਸਦਾ ਕਿਉਂ ਲਈ ਗਈ ਕਿਉਂਕਿ ਉਸ ਐਕਸਾਈਜ਼ ਪਾਲਿਸੀ ਦੇ ਵਿੱਚ 800 ਸ਼ਰਾਬ ਦੇ ਠੇਕੇ ਜਿਹੜੇ ਆ ਉਹ ਹੋਣੇ ਸੀਗੇ ਆਕਸ਼ਨ ਹੋਣੇ ਸੀ। ਇੰਨਾ ਡਰਾ ਦਿੱਤਾ ਗਿਆ ਵਪਾਰੀਆਂ ਨੂੰ ਈਡੀ ਦੀ ਸੀਬੀਡੀ ਕਿ ਸਿਰਫ 200 ਹੋਏ ਤੇ 600 ਠੇਕੇ ਚੱਲੇ ਹੀ ਨਹੀਂ। ਜੇ ਹੁਣ ਇਹਦਾ ਮਤਲਬ ਜੇ ਨਹੀਂ ਚੱਲਦੇ ਤਾਂ ਦਿੱਲੀ 'ਚ ਗਲਤ ਸ਼ਰਾਬ ਇਲੀਗਲ ਸ਼ਰਾਬ ਆਣੀ ਸੀ। ਇਸ ਕਰਕੇ ਮਜਬੂਰ ਹੋ ਕੇ ਪੂਰਾ ਆਪਣਾ ਤੰਤਰ ਸ਼ੰਤਰ ਲਾ ਕੇ ਦਿੱਲੀ ਦੀ ਐਕਸਾਈਜ਼ ਇੱਕੋ ਹੀ ਕਾਰਨ ਸੀ ਕਿ ਉਸ ਐਕਸਾਈਜ਼ ਪਾਲਿਸੀ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਵੱਧ ਟੈਕਸ ਆਣਾ ਸੀ ਤੇ ਉਹ ਟੈਕਸ ਦੇ ਪੈਸੇ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਵੱਧ ਸਹੂਲਤਾਂ ਮਿਲਣੀਆਂ ਸੀ। ਡਰ ਲੱਗਦਾ ਇਹਨਾਂ ਨੂੰ ਕਿ ਅਰਵਿੰਦ ਕੇਜਰੀਵਾਲ ਹੋਰ ਪਤਾ ਨਹੀਂ ਕੀ ਦੇ ਦੇਣਗੇ ਆਮ ਜਨਤਾ ਦਾ ਹੋਰ ਪਤਾ ਨਹੀਂ ਕਿਹੜੇ ਉਹਨਾਂ ਦਾ ਦੁੱਖ ਤਕਲੀਫ ਦੂਰ ਕਰ ਦੇਣਗੇ। ਇਸ ਕਰਕੇ ਉਹ ਐਕਸਾਈਜ਼ ਪਾਲਿਸੀ ਫੇਲ ਕਰ ਦਿੱਤੀ ਤੇ ਅੱਜ ਕਿ ਇਹਨਾਂ ਦੇ ਸਾਰਾ ਕੁਝ ਸਾਡੇ ਦੋ ਚੀਜ਼ਾਂ ਦੀ ਤਾਰੀਫ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਤੇ ਦਿੱਲੀ ਦੇ ਸਰਕਾਰੀ ਹਸਪੀਟਲ
ਤੇ ਇਦਾਂ ਹੀ ਦਿੱਲੀ ਦੇ ਸਰਕਾਰੀ ਸਕੂਲ ਤੁਹਾਡੇ ਦੋਨੋਂ ਮੰਤਰੀ ਜੇਲ੍ਹ 'ਚ ਨੇ, ਦੂਜੇ ਜਾਣ ਦੀ ਤਿਆਰੀ ਹੈ, ਇੱਕ ਜੇਲ੍ਹ 'ਚ ਨੇ। ਤੁਹਾਡੇ ਸਵਾਲ 'ਚ ਹੀ ਜਵਾਬ ਹੈ ਜੀ। ਉਹ ਚਾਹੁੰਦੇ ਆ ਕਿ ਆ ਜਿਹੜੀ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ, ਜਿਸ ਰਾਜਨੀਤੀ ਦੀ ਲੋਕਾਂ ਨੂੰ ਉਡੀਕ ਸੀ, ਜਿਸ ਰਾਜਨੀਤੀ ਦੇ ਬਾਰੇ ਸਾਡੇ ਸ਼ਹੀਦ ਸੁਪਨਾ ਲੈਂਦੇ ਸੀ, ਜਿਸ ਕਰਕੇ ਉਹ ਆਪਣੀ ਸ਼ਹਾਦਤਾਂ ਦੇ ਗਏ ਕਿ ਇਦਾਂ ਦੇ ਮੁਲਕ ਹੋਣਾ ਚਾਹੀਦਾ ਹੈ, ਜਿੱਥੇ ਹਰ ਬੰਦੇ ਨੂੰ ਦੇਸ਼ ਦਾ ਆਖਰੀ ਨਾਗਰਿਕ ਹੋਵੇ, ਬਿਨਾਂ ਉਸਦੇ ਜਾਤ ਭੇਦ ਧਰਮ ਤੋਂ ਉਸ ਨੂੰ ਅਗਰ ਕੋਈ ਵੀ ਬਿਮਾਰੀ ਹੁੰਦੀ ਹੈ ਉਸ ਦਾ ਇਲਾਜ ਹੋਵੇ, ਉਹ ਜਿੰਨਾ ਮਰਜ਼ੀ ਗਰੀਬ ਹੈ, ਜਿੰਨਾ ਮਰਜ਼ੀ, ਪਰ ਉਸਦੇ ਬੱਚੇ ਨੂੰ ਵਿਦਿਆ ਮਿਲੇ। ਇਦਾਂ ਦਾ ਕਿਸੇ ਨੇ ਰਾਜਨੀਤੀ ਪਹਿਲੀ ਪਾਰਟੀ ਸੀ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਨੇ ਕਰਕੇ ਦਿਖਾਇਆ। 8 ਸਾਲਾਂ 'ਚ ਦਿੱਲੀ ਤੋਂ ਹੋਇਆ ਤੇ ਹੁਣ ਪੰਜਾਬ 'ਚ ਪਿਛਲੇ 5 ਮਹੀਨਿਆਂ ਤੋਂ ਤੁਸੀਂ ਦੇਖ ਰਹੇ ਹੋ 75 ਤੋਂ ਬਾਅਦ ਆਮ ਆਦਮੀ ਕਲੀਨਿਕਾਂ ਚੱਲ ਰਹੇ ਨੇ, 25 ਹੋਰ ਆ ਰਹੇ ਨੇ, 100 ਸਕੂਲ ਆਫ ਐਮੀਨੈਂਸ ਆ ਰਹੇ ਨੇ। ਇੰਨਾ ਜ਼ਿਆਦਾ ਜਿਹੜਾ ਬਦਲਾਵ ਹੈ ਉਹ ਸਕੂਲ ਤੇ ਸਿੱਖਿਆ ਤੇ ਇਹ ਆਮ ਲੋਕਾਂ ਲਈ ਹੋਊਗਾ, ਪਰ ਉਹ ਚਾਹੁੰਦੇ ਕਿ ਇਹ ਮਾਡਲ ਫੇਲ ਹੋ ਜਾਵੇ। ਅਸੀਂ ਕਿਸੇ ਵੀ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੀ ਜਿਹੜੀ ਹਨੇਰੀ ਚੱਲ ਰਹੀ ਹੈ ਇਸ ਵਕਤ ਦੇਸ਼ ਦੇ ਵਿੱਚ, ਉਹਨੂੰ ਰੋਕਿਆ ਜਾਵੇ। ਲੇਕਿਨ ਇਸ ਦੀਆਂ ਤਾਰਾਂ ਕੀ ਪੰਜਾਬ ਦੇ ਨਾਲ ਵੀ ਜੁੜਨਗੀਆਂ? ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਇਸ ਦੇ ਨੇੜੇ ਘੁੰਮਦੀ ਸੀਗੀ, ਕਿਉਂਕਿ ਜਦੋਂ ਦਿੱਲੀ ਦੀ ਐਜੂਕੇਸ਼ਨ ਮਾਡਲ ਦਾ ਜ਼ਿਕਰ ਹੁੰਦਾ, ਦਿੱਲੀ ਦੇ ਸਿਹਤ ਮਾਡਲ ਦਾ ਜ਼ਿਕਰ ਹੁੰਦਾ ਤਾਂ ਪੰਜਾਬ ਅਡਾਪਟ ਕਰਦਾ ਹੈ। ਐਕਸਾਈਜ਼ ਪਾਲਿਸੀ ਵੀ ਕਹਿੰਦੇ ਅਡਾਪਟ ਕੀਤੀ ਕਿਤੇ ਅਜਿਹਾ ਤਾਂ ਨਹੀਂ ਕੱਲ ਨੂੰ ਹਰਪਾਲ ਸਿੰਘ ਚੀਮਾ ਹੋਰਾਂ ਦੇ ਘਰੇ ਵੀ ਰੇਡ ਪੈ ਜੇ, ਉਹਨਾਂ ਤੋਂ ਵੀ ਪੁੱਛਗਿੱਛ ਸੀਬੀਆਈ ਕਰੇ? ਉਹ ਕਹਿੰਦੇ ਜੀ ਅਸੀਂ ਤਾਂ ਸਿਰ ਤੇ ਕਫਨ ਬਣ ਕੇ ਨਿਕਲੇ ਹੋਏ ਹਾਂ। ਇਹ ਬਹੁਤ ਕੁਝ ਕਰਨਗੇ, ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈ। ਇਹ ਬਹੁਤ ਕੁਝ ਕਰਨਗੇ, ਜਿਹਨੂੰ ਮਰਜ਼ੀ ਰੇਡ ਕਰ ਲੈਣ, ਜਿਹਨੂੰ ਮਰਜ਼ੀ ਜੇਲ੍ਹ ਸੱਟ ਲੈਣ, ਪਰ ਕੋਈ ਵੀ ਚੀਜ਼, ਜਿਵੇਂ ਮੇਰੇ ਲੀਡਰ ਨੇ ਕਿਹਾ, ਕੋਈ ਵੀ ਚੀਜ਼ ਅਰਵਿੰਦ ਕੇਜਰੀਵਾਲ ਜੀ ਦੀ ਕ੍ਰਾਂਤੀ ਨੂੰ ਹੁਣ ਰੋਕ ਨਹੀਂ ਸਕਦੀ। ਦੇਸ਼ ਜਾਗ ਚੁੱਕਿਆ, ਜੋ ਮਰਜ਼ੀ ਕਰ ਲੈਣ, ਮਾਰ ਦੇਣ, ਮਰਵਾ ਦੇਣ, ਜੇਲ੍ਹਾਂ 'ਚ ਪਾ ਦੇਣ, ਬਟ ਇਟ ਇਜ਼ ਅ ਰੈਵੋਲੂਸ਼ਨ ਨਾਓ। ਇਹ ਹੁਣ ਰੁਕੂਗਾ ਨਹੀਂ। ਤੁਸੀਂ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ, 6600 ਕਰੋੜ ਸੀ ਜੀ, ਇਸ ਵਾਰ ਦਾ ਟਾਰਗੇਟ 9600 ਕਰੋੜ ਦਾ ਹੈ। 6100 ਕਰੋੜ ਸੀ, ਥੋੜੀ 9600, 3600 ਕਰੋੜ ਰੁਪਏ ਦਾ ਵਾਧਾ ਅਸੀਂ ਪੰਜਾਬ ਨੂੰ ਦੇਣ ਦਾ ਟਾਰਗੇਟ ਰੱਖਿਆ। 3600 ਕਰੋੜ, ਉਹੀ 3600 ਕਰੋੜ ਦੇ ਵਿੱਚ ਕਿੰਨਾ ਕੁਝ ਮਿਲੂਗਾ? ਜਿਹੜੇ ਅੱਜ ਮੁਲਾਜ਼ਮ ਮੇਰੇ ਆ, ਜਿਹੜੇ ਟੀਚਰ ਕੱਚੇ ਨੇ, ਜਿਹਨੂੰ 18 ਸਾਲਾਂ ਤੋਂ ਉਹ ਜੇ ਪੈਸਾ ਹੋਊਗਾ ਤਾਂ ਹੀ ਅਸੀਂ ਉਹਨਾਂ ਨੂੰ ਪੱਕੇ ਕਰ ਸਕਾਂਗੇ, ਤਾਂ ਹੀ ਤਨਖਾਹਾਂ ਵਧਾਵਾਂਗੇ, ਤਾਂ ਹੀ ਆਪਾਂ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ। ਹੁਣ ਤੱਕ ਕੀ ਚੱਲਦਾ? ਮਾਫੀਆ ਚੱਲਦਾ ਸੀਗਾ। ਪਹਿਲੀ ਵਾਰੀ ਹੈ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਬੈਸਟ ਹੈ। ਪਹਿਲੀ ਵਾਰੀ ਹੈ ਕਿ ਚੰਡੀਗੜ੍ਹ ਦੇ ਜਿਹੜੇ ਸ਼ਰਾਬ ਦੇ ਠੇਕੇਦਾਰ ਉਹ ਸਟ੍ਰਾਈਕ ਤੇ ਚਲੇ ਗਏ ਨੇ। ਅੱਗੇ ਤੋਂ ਬਾਕੀ ਸੂਬਿਆਂ ਵਾਲੇ ਖੁਸ਼ ਹੁੰਦੇ ਸੀ, ਪਰ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੁਣ ਕੋਈ ਵੀ ਇਲੀਗਲ ਉਹ ਨਹੀਂ ਹੋਊਗਾ, ਸ਼ਰਾਬ ਮਾਫੀਆ ਆਪਰੇਟ ਨਹੀਂ ਕਰੂਗਾ ਤੇ ਸਾਰਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਊਗਾ ਤੇ ਉਸ ਪੈਸੇ ਦਾ ਉਪਯੋਗ ਆਮ ਆਦਮੀ ਕਲੀਨਿਕਾਂ ਤੇ ਸਕੂਲਾਂ ਦੇ ਉੱਤੇ ਹੋਰ ਰਿਆਇਤਾਂ ਦੇ ਉੱਤੇ ਆਮ ਲੋਕਾਂ ਨੂੰ ਤੇ ਖਰਚਿਆ ਜਾਊਗਾ। ਲੇਕਿਨ ਸੀਬੀਆਈ ਤੋਂ ਬਾਅਦ ਹੁਣ ਈਡੀ ਦੀ ਵੀ ਨਜ਼ਰ ਹੈ, ਈਡੀ ਵੀ ਸ਼ਿਕੰਜਾ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਕਸਣ ਜਾ ਰਹੀ ਹੈ। ਮੈਂ ਤੁਹਾਨੂੰ ਕਿਹਾ ਉਹਨਾਂ ਦੇ ਮਨਸੂਬੇ ਸਾਫ਼ ਹੈ ਜੀ। ਉਹ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਇਹ ਨੇਰੀ ਹੈ ਉਹ ਰੋਕ ਲਓ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕੋਈ ਵੀ ਇਤਿਹਾਸ ਦੀ ਕੋਈ ਵੀ ਜੰਗ, ਕੋਈ ਵੀ ਰੈਵੋਲੂਸ਼ਨ ਦੇਖ ਲਓ, ਅੰਗਰੇਜ਼ ਵੀ ਇਹੀ ਕਰਦੇ ਸੀ। ਇਹਦਾ ਜਿੰਨਾ ਇਹਨੂੰ ਦਬਾਉਣਗੇ ਉਨੀ 2 ਗੁਣੇ 4 ਗੁਣੇ ਤਰੀਕੇ ਨਾਲ ਇਹ ਜਿਹੜਾ ਹੈ ਉਹ ਹੋਰ ਵਧੂਗਾ। ਮੈਂ ਸਭ ਅਜਿਹਾ ਤਾਂ ਨਹੀਂ, ਕਿਉਂਕਿ 2012-13 ਚ ਗੁਜਰਾਤ ਮਾਡਲ ਦਾ ਜ਼ਿਕਰ ਹੋਇਆ ਸੀ, ਨਰਿੰਦਰ ਮੋਦੀ ਉੱਭਰ ਕੇ ਆਂਦੇ ਨੇ। ਇਸੇ ਤਰੀਕੇ ਨਾਲ 2 ਸਾਲ ਪਹਿਲਾਂ 2024 ਚ ਇਲੈਕਸ਼ਨ ਹੈ, 2022 ਚ ਦਿੱਲੀ ਮਾਡਲ ਦਾ ਜ਼ਿਕਰ ਹੋ ਰਿਹਾ ਹੈ ਔਰ ਜਿਸ ਤਰੀਕੇ ਨਾਲ ਕੈਂਪੇਨ ਵੀ ਸ਼ੁਰੂ ਕੀਤੀ ਗਈ ਕਿ ਦੇਸ਼ ਨੂੰ ਨੰਬਰ 1 ਲੈ ਕੇ ਜਾਣਾ ਤਾਂ ਦਿੱਲੀ ਮਾਡਲ ਦੇਖੋ, ਤਾਂ ਉਸੇ ਤਰੀਕੇ ਨਾਲ ਗੁਜਰਾਤ ਮਾਡਲ ਤੋਂ ਬਾਅਦ ਦਿੱਲੀ ਮਾਡਲ ਪੂਰੇ ਦੇਸ਼ ਦੇ ਵਿੱਚ ਔਰ ਨਰਿੰਦਰ ਮੋਦੀ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਦੀਆਂ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਨੇ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਮਾਡਲ ਚੱਲੇਗਾ। ਦੇਖੋ ਜੀ, ਪਹਿਲੀ ਗੱਲ ਤਾਂ ਕੋਈ ਗੁਜਰਾਤ ਮਾਡਲ ਉਹ ਕੁਝ ਨਹੀਂ ਸੀਗਾ ਜ਼ਮੀਨ ਤੇ, ਉਹ ਸਿਰਫ ਇੱਕ ਹਾਈਪ ਕ੍ਰੀਏਟ ਕੀਤੀ ਗਈ ਸੀ। ਅਗਰ ਅੱਜ ਕਿਉਂ ਨਹੀਂ ਨਿਊਯਾਰਕ ਟਾਈਮਸ ਦੇ ਉੱਤੇ ਕਿਉਂ ਨਹੀਂ ਗੁਜਰਾਤ ਦੇ ਕਿਸੇ ਸਕੂਲ ਦੀ ਫੋਟੋ ਲੱਗੀ, ਕਿਉਂ ਨਹੀਂ ਗੁਜਰਾਤ ਦੇ ਕਿਸੇ ਮੁਹੱਲਾ ਕਲੀਨਿਕ ਦਾ ਜ਼ਿਕਰ ਹੁੰਦਾ? ਅੱਜ ਜੇਕਰ ਗੁਜਰਾਤ ਦੇ ਸਕੂਲ ਸ਼ਾਨਦਾਰ ਹੁੰਦੇ ਤਾਂ ਅੱਜ ਨਿਊਯਾਰਕ ਟਾਈਮਸ ਦੇ ਫਰੰਟ ਪੇਜ ਤੇ ਗੁਜਰਾਤ ਦੇ ਸਕੂਲ ਹੁੰਦੇ, ਪਰ ਨਹੀਂ ਹੈ। ਕਿਉਂ ਵਾਕਈ ਨਹੀਂ ਹੈ। ਤੁਸੀਂ ਜਾ ਕੇ ਦੇਖੋ, ਮੈਂ ਆਪ ਜਾ ਕੇ ਦਿੱਲੀ ਦੇ ਸਕੂਲਾਂ ਦੇਖਿਆ, ਸਾਡੇ ਪੰਜਾਬ ਦਾ ਕੋਈ ਪ੍ਰਾਈਵੇਟ ਸਕੂਲ ਵੀ ਉਹਦਾ ਮੁਕਾਬਲਾ ਨਹੀਂ ਕਰਦਾ। ਕੱਲੀ ਇਹ ਨਹੀਂ ਕਿ ਉੱਥੇ ਬਿਲਡਿੰਗ ਤੇ ਇਨਫਰਾਸਟ੍ਰਕਚਰ ਹੈ, ਉੱਥੇ ਬੱਚਿਆਂ ਨੂੰ ਜੋ ਪੜਾਇਆ ਜਾ ਰਿਹਾ ਉਹ ਇੰਨਾ ਐਡਵਾਂਸ ਪੜਾਇਆ ਜਾ ਰਿਹਾ, ਬੱਚਿਆਂ ਦਾ ਜਿਹੜਾ ਕੌਨਫੀਡੈਂਸ ਉਹ ਬਹੁਤ ਜ਼ਬਰਦਸਤ ਹੈ। ਦੂਜੀ ਗੱਲ, ਅਰਵਿੰਦ ਕੇਜਰੀਵਾਲ ਜੀ ਦੀ ਕੋਈ ਆਪਣੀ ਕੋਈ ਨਿੱਜੀ ਲੜਾਈ ਨਹੀਂ ਹੈ ਪ੍ਰਧਾਨ ਮੰਤਰੀ ਬਣਨ ਦੀ, ਨਹੀਂ, ਇਹ ਦੇਸ਼ ਨੂੰ ਨੰਬਰ 1 ਬਣਾਉਣ ਦੀ ਲੜਾਈ ਹੈ ਕਿ ਹੁਣ ਆਪਾਂ ਦੇਸ਼ ਨੂੰ ਬਣਾਉਣਾ ਤੇ ਦੇਸ਼ ਨੂੰ ਨੰਬਰ 1 ਬਣਾਉਣਾ ਹੈ ਤੇ ਉਹਦਾ ਸਿਰਫ ਇੱਕੋ ਹੀ ਤਰੀਕਾ ਹੈ ਜੇਕਰ ਆਪਾਂ ਆਪਣੇ ਸਰਕਾਰੀ ਹਸਪੀਟਲ ਤੇ ਸਰਕਾਰੀ ਸਕੂਲ ਬਿਹਤਰੀਨ ਕਰਾਂਗੇ। ਹਾਂ, ਇਹ ਹੁਣ ਸਾਡੇ ਸਭ ਦਾ ਫਰਜ਼ ਬਣਦਾ ਵੀ ਸਾਨੂੰ ਪਤਾ ਹੈ ਕਿ ਬਾਕੀ ਸਾਰੀ ਪਾਰਟੀਆਂ ਨੇ ਕਿੰਨੇ ਮੁੱਖ ਮੰਤਰੀ ਦੇਖ ਲਏ, ਕਿੰਨੇ ਪ੍ਰਧਾਨ ਮੰਤਰੀ ਦੇਖ ਲਏ, ਇੱਕੋ ਸ਼ਖਸ ਹੈ ਜਿਨ ਪਿਛਲੇ 8 ਸਾਲਾਂ 'ਚ ਕਰਕੇ ਦਿਖਾਇਆ, ਅਰਵਿੰਦ ਕੇਜਰੀਵਾਲ ਹੈ। ਇਸ ਕਰਕੇ ਅਗਰ ਕੋਈ ਦਰੁਸਤ ਕਰ ਸਕਦਾ ਉਹ ਅਰਵਿੰਦ ਕੇਜਰੀਵਾਲ ਹੈ। ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਇੱਕ ਦਿਨ ਬਣ ਸਕਦੇ ਅਰਵਿੰਦ ਕੇਜਰੀਵਾਲ? ਮੈਨੂੰ ਪੂਰਨ ਯਕੀਨ ਹੈ ਜੀ। ਇਸ ਦੇਸ਼ ਨੂੰ ਨਹੀਂ ਤਾਂ ਅੱਜ 75 ਸਾਲ ਹੋਏ ਆ, 100 ਸਾਲ ਹੋ ਜਾਣਗੇ, ਸਾਡੇ ਸਕੂਲ ਤੇ ਹਸਪੀਟਲ ਇਦਾਂ ਹੀ ਰਹਿਣਗੇ। ਅੱਜ ਦਿੱਲੀ ਦੇ ਵਿੱਚ ਦਿੱਲੀ ਨੇ ਬਦਲਾਵ ਦੇਖ ਲਿਆ। ਮੈਂ ਤੁਹਾਨੂੰ ਬਾਕੀ ਸਟੇਟਾਂ 'ਚ ਜਾ ਕੇ ਦੇਖ ਲਓ,
ਹੁਣ ਪੰਜਾਬ ਦੇ ਵਿੱਚ ਤੁਸੀਂ ਬਦਲਾਅ ਦੇਖੋਗੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਤੱਕ ਬਦਕਿਸਮਤੀ ਰਹੀ ਹੈ ਕਿ ਜਿਹੜਾ ਸਿੱਖਿਆ ਵਿਭਾਗ ਉਹਨੂੰ ਸਿਰਫ ਧਰਨਿਆਂ ਦਾ ਮਹਿਕਮਾ ਦੇ ਕੇ ਹੀ ਯਾਨੀ ਕੋਈ ਸਿੱਖਿਆ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ ਉਹਨੂੰ ਲੱਗਦਾ ਸੀ ਅੱਛਾ ਇਹਦਾ ਧਰਨਿਆਂ ਦਾ ਮਹਿਕਮਾ ਹੈ ਜਦਕਿ ਪੰਜਾਬ ਦੇ ਜਾਂ ਭਵਿੱਖ ਲਿਖਣਾ ਤਾਂ ਸਿੱਖਿਆ ਮੰਤਰੀ ਹੀ ਲਿਖ ਸਕਦਾ ਪਹਿਲੀ ਵਾਰੀ ਕਿ ਸਿੱਖਿਆ ਵਿਭਾਗ ਦੇ ਵਿੱਚ ਜਾ ਕੇ ਟੀਚਰਾਂ ਨੂੰ ਪੁੱਛੋ ਉਹਨਾਂ 'ਚ ਯਕੀਨ ਆਇਆ ਕਿ ਹਾਂ ਵਾਕਈ ਇਹ ਕੋਈ ਇਦਾਂ ਦੀ ਸਰਕਾਰ ਆਈ ਹੈ ਜਿਹੜੇ ਸਾਡੇ ਵਿਭਾਗ ਨੂੰ ਤਹਿਕੀਕ ਕਰਨਗੇ ਉਹ ਹੋਰ ਦਿਲ ਲਗਾ ਕੇ ਪੜ੍ਹਾਉਣ ਲੱਗ ਗਏ ਨੇ ਲੇਕਿਨ ਬੀਜੇਪੀ ਦੇ ਲੀਡਰ ਜਿਹੜੇ ਉਥੋਂ ਮੈਂਬਰ ਪਾਰਲੀਮੈਂਟ ਨੇ ਦਿੱਲੀ ਦੇ ਉਹ ਕਹਿ ਰਹੇ ਕਹਿੰਦੇ ਕਿ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਕਹਿੰਦੇ ਨਿਊਯਾਰਕ ਤੋਂ ਲੈ ਕੇ ਇੰਡੀਆ ਦੀਆਂ ਵੀ ਕਈ ਅਖਬਾਰਾਂ ਹਿੰਦੀ ਅਖਬਾਰਾਂ ਸੇਮ ਕੰਟੈਂਟ ਹੈ ਸੇਮ ਕੰਟੈਂਟ ਉਸੇ ਤਰੀਕੇ ਨਾਲ ਇਹ ਐਡਵਰਟਾਈਜ਼ਮੈਂਟ ਜਿਹੜੀ ਕਰਵਾਈ ਗਈ ਮੈਨੂੰ ਲੱਗਦਾ ਨਹੀਂ ਕਿ ਨਿਊਯਾਰਕ ਟਾਈਮਜ਼ ਦਾ ਫਰੰਟ ਪੇਜ ਤਾਂ ਕਦੀ ਓਬਾਮਾ ਵੀ ਕਰਾ ਸਕਦੇ ਆ ਕੋਈ ਕਰਾ ਸਕਦੇ ਆ ਇਹ ਉਹਨਾਂ ਦੀ ਸਮਝ ਹੈ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਮਹੱਤਤਾ ਹੀ ਨਹੀਂ ਪਤਾ ਕਿ ਨਿਊਯਾਰਕ ਟਾਈਮਜ਼ ਦੀ what is the importance of New York Times New York Times ਇੱਕ ਬਹੁਤ ਹੀ ਲਾਈਕ ਇਨ ਦਾ ਫੀਲਡ ਆਫ ਜਰਨਲਿਜ਼ਮ ਉਹ ਇੱਕ ਬਹੁਤ ਵੱਡਾ ਨਾਮ ਹੈ ਜੀ ਮੈਂ ਜਿੰਨਾ ਕਿਲੋ ਮੈਂ ਜਦੋਂ ਬਾਹਰ ਪੜ੍ਹ ਮੈਨੂੰ ਇਹ ਲੱਗਦਾ ਕਿ ਕੁਛ ਇਦਾਂ ਦੀਆਂ ਅਖਬਾਰਾਂ ਨੇ ਜਿਨ੍ਹਾਂ ਵਿੱਚ ਹਰ ਜਰਨਲਿਸਟ ਦਾ ਸੁਪਨਾ ਹੁੰਦਾ ਹੈ ਬਲਕਿ ਹਰ ਇੱਕ ਐਡੀਟੋਰੀਅਲ ਦਾ ਸੁਪਨਾ ਹੁੰਦਾ ਕਿ ਸਾਡਾ ਐਡੀਟਰ ਕਦੀ ਸਾਡਾ ਕੋਈ ਆਰਟੀਕਲ ਹੀ ਉਸ ਅਖਬਾਰ 'ਚ ਛਪ ਜਾਵੇ ਤਾਂ ਉਸ ਲੈਵਲ ਦੀ ਅਖਬਾਰਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਤੇ ਉਹ ਵੀ ਦੁਨੀਆ ਦੇ ਸਭ ਤੋਂ ਬਿਹਤਰੀਨ ਮੁਲਕ ਤੋਂ ਤੇ ਦੂਜੀ ਗੱਲ ਤੁਸੀਂ ਜਾ ਕੇ ਜਦੋਂ ਮਰਜ਼ੀ ਦੇਖ ਸਕਦੇ ਹੋ ਜੀ ਕਿਉਂ ਬਿਹਾਰ ਦੇ ਸਿੱਖਿਆ ਮੰਤਰੀ ਨੂੰ ਕਿਸੇ ਹੋਰ ਪਾਰਟੀ ਦੇ ਸਿੱਖਿਆ ਮੰਤਰੀ ਨੇ ਜੀ ਉਹਨਾਂ ਨੂੰ ਕੀ ਲੋੜ ਪੈ ਗਈ ਦੂਜੇ ਪਾਸੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਹਿੰਦੇ ਜੈਸੀ ਕਰਨੀ ਵੈਸੀ ਵਰਨੀ ਕਹਿੰਦੇ ਪੰਜਾਬ 'ਚ ਸਾਨੂੰ ਨਜਾਇਜ਼ ਫਸਾਇਆ ਜਾ ਰਿਹਾ ਸੀ ਮਾਮਲੇ ਦਰਜ ਕੀਤੇ ਜਾ ਰਹੇ ਸੀ ਕਹਿੰਦੇ ਅੱਜ ਆਮ ਆਦਮੀ ਪਾਰਟੀ ਨੂੰ ਪਤਾ ਲੱਗਾ ਦੇਖੋ ਜੀ ਪੰਜਾਬ ਦਾ ਭ੍ਰਿਸ਼ਟਾਚਾਰ ਮੈਂ ਚਾਹੇ ਆਪਣੇ ਹਲਕੇ ਦੀ ਗੱਲ ਕੋਈ ਵੀ ਸੜਕ ਕੋਈ ਨਗਰ ਕੌਂਸਲ ਨਹੀਂ ਛੱਡੀ ਜੀ ਕੋਈ ਵੀ ਡਿਪਾਰਟਮੈਂਟ ਨਹੀਂ ਛੱਡਿਆ ਐਵੇਂ ਦੇਖੋ 3 ਲੱਖ ਕਰੋੜ ਦਾ ਕਰਜ਼ਾ ਹੈ ਮੈਂ ਵਿਧਾਨ ਸਭਾ 'ਚ ਵੀ ਬੋਲਿਆ ਸੀ 3 ਲੱਖ ਕਰੋੜ ਦਾ ਕਰਜ਼ਾ ਹੋ ਜਾਂਦਾ ਕੋਈ ਤਕਲੀਫ ਨਹੀਂ ਸੀ ਸਾਡੇ ਕੋਲ ਨਾ ਸਕੂਲ ਹੈ ਜੀ ਨਾ ਹਸਪਤਾਲ ਹੈ ਕੁਝ ਵੀ ਹੈ ਨਹੀਂ 3 ਲੱਖ ਕਰੋੜ ਕਿੱਥੇ ਗਿਆ ਆਬਵੀਅਸਲੀ ਸਾਰੀ ਥੀਸ ਆਰ ਕਰਪਸ਼ਨਸ ਤੇ ਆਲ ਡਾਕੂਮੈਂਟਡ ਹੈ ਜੀ ਸਾਧੂ ਸਿੰਘ ਧਰਮਸੋਤ ਦੀ ਕਰਪਸ਼ਨ ਜਗ ਜ਼ਾਹਿਰ ਹੈ ਚਾਹੇ ਉਹ ਸਕੂਲ ਵਜ਼ੀਫਾ ਘੁਟਾਲਾ ਹੋਵੇ ਚਾਹੇ ਉਹ 500 ਰੁਪਏ ਵਾਲੀ ਰਿਸ਼ਵਤ ਵਾਲੀ ਗੱਲ ਹੋਵੇ ਪਰ ਦਰਖਤ ਦੇ ਉੱਤੇ ਏਦਾਂ ਹੀ ਹੋਰ ਪਤਾ ਨਹੀਂ ਕਿੰਨੀਆਂ ਸਾਰੀਆਂ ਕਰਪਸ਼ਨਸ ਇਹ ਤਾਂ ਪੇਪਰ ਦੇ ਉੱਤੇ ਹੈ ਨਾ ਜੀ ਦਿਖਾ ਦੇਣ ਇੱਕ ਸਕੂਲ ਦਿਖਾ ਦੇਣ ਮੈਂ ਤੁਹਾਨੂੰ ਕਹਿੰਦਾ 23 ਜ਼ਿਲ੍ਹੇ ਨੇ ਪੰਜਾਬ 'ਚ 23 ਜ਼ਿਲ੍ਹਿਆਂ ਦੇ ਵਿੱਚ ਕਿਸੇ ਇੱਕ ਜ਼ਿਲ੍ਹੇ ਦੇ ਇੱਕ ਸਕੂਲ ਦਾ ਚੈਲੰਜ ਹੈ ਜਿਹੜਾ ਉਸ ਜ਼ਿਲ੍ਹੇ ਉਹਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੋਵੇ 23 ਸਕੂਲ ਨਹੀਂ ਹੈ ਜੀ ਜਿਸ ਤਰੀਕੇ ਨਾਲ ਹੁਣ ਈਡੀ ਸੀਬੀਆਈ ਰੇਡ ਕਰ ਰਹੀ ਹੈ ਪੰਜਾਬ ਤੱਕ ਇਸ ਦੀ ਅੱਗ ਜਿਹੜੀ ਆ ਸਕਦੀ ਹੈ ਤਾਂ ਪੰਜਾਬ ਸਰਕਾਰ ਇਸ ਪੂਰੇ ਮਾਮਲੇ 'ਚ ਤਿਆਰ ਹੈ ਅਸੀਂ ਜਦੋਂ ਮੈਂ ਕਹਿੰਦਾ ਸਾਡਾ ਜੋ ਮਰਜ਼ੀ ਦੇਖ ਲਓ ਜੀ ਮੈਂ ਤਾਂ ਆਪ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਜਦੋਂ ਵੀ ਕਹਿ ਕਿ ਮੇਰੇ ਬੈਂਕ ਅਕਾਊਂਟ ਦੇਖ ਲਓ ਮੇਰੀਆਂ ਫਰਦਾਂ ਦੇਖ ਲਓ ਮੇਰੇ ਰਿਸ਼ਤੇਦਾਰਾਂ ਦੇ ਦੇਖ ਲਓ ਤੇ ਮੈਂ ਚਾਹੁੰਦਾ ਕਿ ਕੋਈ ਦੱਸੇ ਸਾਨੂੰ ਆ ਕੇ ਕਿ ਹਾਂ ਵੀ ਤੁਸੀਂ ਇਹ ਗਲਤ ਕੀਤੇ ਕੱਟੜ ਇਮਾਨਦਾਰ ਹੈ ਜੀ ਇੱਕ ਪੈਸੇ ਦੀ ਬਚਤ ਇੱਕ ਰੁਪਏ ਦੀ ਬਚਤ ਕਰ ਰਹੇ ਆ ਮਾਈਨਿੰਗ ਵਿਭਾਗ ਜਿਹਨੂੰ ਅੱਜ ਤੱਕ ਸਿਰਫ ਮਾਈਨਿੰਗ ਮਾਫੀਆ ਕਿਹਾ ਜਾਂਦਾ ਸੀ ਤੁਸੀਂ ਸਭ ਜਰਨਲਿਸਟ ਜਾਣਦੇ ਹੋ ਕਿ ਇੱਕ ਮਾਈਨਿੰਗ ਮਾਫੀਆ ਆਪਰੇਟ ਹੁੰਦਾ ਸੀ ਪਹਿਲੀ ਵਾਰੀ ਹੋਊਗਾ ਨੈਕਸਟ ਈਅਰ ਤੁਹਾਨੂੰ ਦਿਖਾ ਦਾਂਗੇ ਕਿ ਮਾਈਨਿੰਗ ਮਾਫੀਆ ਤੋਂ ਮਾਈਨਿੰਗ ਇੰਡਸਟਰੀ ਬਣਨ ਜਾ ਰਹੀ ਹੈ ਤੇ ਉਸ ਇੰਡਸਟਰੀ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਰੈਵਨਿਊ ਆਊਗਾ ਮਾਈਨਿੰਗ ਨੂੰ ਲੈ ਕੇ ਸਵਾਲ ਅਜੇ ਵੀ ਉੱਠ ਰਹੇ ਹੈ ਇੱਕ ਰਿਪੋਰਟ ਆਈ ਸੀ ਕਿ ਸ਼ਮਸ਼ਾਨ ਘਾਟ ਵੀ ਮਾਈਨਿੰਗ ਮਾਫੀਆ ਨੇ ਖਾ ਲਿਆ ਬਹੁਤ ਸਾਰੀ ਕੁਛ ਇਦਾਂ ਦੀ ਖਬਰਾਂ ਲੱਗ ਜਾਂਦੀਆਂ ਮੈਂ ਨਹੀਂ ਕਹਿੰਦਾ ਸਾਰੀਆਂ ਗਲਤ ਹੁੰਦੀਆਂ ਪਰ ਕੁਝ ਗਲਤ ਹੁੰਦੀਆਂ ਇੱਕ ਬਹੁਤ ਵੱਡਾ ਇੱਕ ਜਿਹਨੂੰ ਕਹਿ ਸਕਦੇ ਹੋ ਬਲੈਕਮੇਲਰ ਮਾਫੀਆ ਵੀ ਚੱਲਦਾ ਸੀ ਉਹ ਵੀ ਮਾਈਨਿੰਗ ਮਾਫੀਆ ਦਾ ਹਿੱਸਾ ਸੀ ਉਹ ਖਬਰ ਲਾ ਦੋ ਤੇ ਪੈਸੇ ਲੈ ਲਓ ਹੁਣ ਉਹਨਾਂ ਦੇ ਸਭ ਦੀ ਰੋਜ਼ੀ ਰੋਟੀ ਬੰਦ ਹੋ ਗਈ ਹੈ ਅਸੀਂ ਬਹੁਤ ਅੱਗੇ ਪਹੁੰਚ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਦੱਸਾਂਗੇ ਵੀ ਅਸੀਂ ਇਦਾਂ ਦੀ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਵਿਚ ਵਿਲ ਬੀ ਦ ਬੈਸਟ ਇਨ ਇੰਡੀਆ ਬਹੁਤ ਨੇੜੇ ਅਸੀਂ ਉਹਦਾ ਬਹੁਤ ਜਲਦੀ ਟੈਂਡਰ ਫਲੋਟ ਹੋ ਜਾਊਗਾ ਤੇ ਬੈਸਟ ਹੋ ਗਿਆ ਉਹਦੇ ਵਿੱਚ ਕੀ ਹੈ ਕਿ ਅਗਰ ਮਾਈਨਿੰਗ ਮੰਤਰੀ ਚਾਹੇ ਵੀ ਤਾਂ ਵੀ ਇਲੀਗਲ ਮਾਈਨਿੰਗ ਨਹੀਂ ਹੋ ਸਕਦੀ ਅਗਰ ਕੋਈ ਐਮਐਲਏ ਚਾਹੇ ਵੀ ਤਾਂ ਉਹ ਰੁਕਵਾ ਨਹੀਂ ਸਕਦਾ ਵੀ ਇੱਥੇ ਪਰਚਾ ਕਰ ਦੋ ਇਹਦੇ ਤੇ ਨਾ ਕਰੋ ਇੰਨੀ ਐਡਵਾਂਸ ਟੈਕਨੋਲੋਜੀ ਵੀ ਹੈ ਅਸੀਂ ਤੇਜ਼ ਇਮਾਨਦਾਰੀ ਦੀ ਸਰਕਾਰ ਹੈ ਤੇ ਜਦੋਂ ਮਰਜ਼ੀ ਮੋਸਟ ਵੈਲਕਮ ਜਦੋਂ ਮਰਜ਼ੀ ਸੀਬੀਆਈ ਆਵੇ ਜਦੋਂ ਮਰਜ਼ੀ ਈਡੀ ਆਵੇ ਜਦੋਂ ਮਰਜ਼ੀ ਉਦਾਂ ਗੋਲੀ ਮਾਰ ਕੋਈ ਇਸ਼ੂ ਨਹੀਂ ਜੀ ਅਸੀਂ ਪੰਜਾਬ ਤੇ ਦੇਸ਼ ਲਈ ਕਮਿਟਡ ਹੈ ਅਸੀਂ ਕੰਮ ਕਰਨ ਤੋਂ ਨਹੀਂ ਰੁਕਾਂਗੇ ਅਸੀਂ ਇਸ ਦੇਸ਼ ਨੂੰ ਨੰਬਰ 1 ਬਣਾਵਾਂਗੇ ਤਾਂ ਆਮ ਆਦਮੀ ਪਾਰਟੀ ਜਵਾਬ ਦੇ ਰਹੀ ਹੈ ਪੰਜਾਬ ਦੇ ਵਿੱਚ ਕਿ ਚਾਹੇ ਈਡੀ ਸੀਬੀਆਈ ਸਾਡੇ ਬੈਂਕ ਅਕਾਊਂਟ ਦੇਖ ਲੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਤਲਾਸ਼ੀ ਹੋਵੇ ਰੇਡ ਹੋਵੇ ਅਸੀਂ ਡਰਨ ਵਾਲੇ ਨਹੀਂ ਹਾਂ ਅਸੀਂ ਐਜੂਕੇਸ਼ਨ ਅਤੇ ਹੈਲਥ ਮਾਡਲ ਦਾ ਜ਼ਿਕਰ ਕਰਦੇ ਹਾਂ ਔਰ ਉਸੇ ਮਾਡਲ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਾ ਰਹੇ ਹਾਂ ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕਪਾਈ ਨਿਊਜ਼ 18 ਚੰਡੀਗੜ੍ਹ